ਵਾਲੀਆਂ ਪ੍ਰਿੰਟ ਮੀਡੀਆ ਤੇ ਵੀ ਇਲੈਕਟ੍ਰੋਨਿਕ ਮੀਡੀਆ ਤੇ ਵੀ ਜਿਹੜੀਆਂ ਖਬਰਾਂ ਆ ਰਹੀਆਂ ਨੇ, ਅਗਰ ਅਸੀਂ ਉਹਨਾਂ ਨੂੰ ਪੜ੍ਹਦੇ ਹਾਂ ਵੇਖਦੇ ਹਾਂ ਤੇ ਉਹਦੇ ਵਿੱਚ ਇਹ ਦੱਸਿਆ ਜਾਂਦਾ ਕਿ ਸਰਦ ਮੁਲਕਾਂ ਦੇ ਵਿੱਚ ਫੈਲਿਆ। ਫਿਰ ਇਹ ਤੇ ਅਲਾਮਤਾਂ ਵਿੱਚ ਵੀ ਬੁਖਾਰ ਆਉਂਦਾ ਹੈ, ਫੇਫੜੇ ਦੀਆਂ ਜਿਹੜੀਆਂ ਹਵਾਈ ਥੈਲੀਆਂ ਨੇ ਫੁੱਲ ਜਾਂਦੀਆਂ ਨੇ, ਰਤੂਤਾਂ ਦੇ ਨਾਲ ਰਤੂਤਾਂ ਭਰ ਜਾਂਦੀਆਂ ਨੇ, ਇਹ ਵੀ ਠੰਡ ਦੀਆਂ ਅਲਾਮਤਾਂ ਨੇ, ਸਰਦੀ ਦੀਆਂ ਅਲਾਮਤਾਂ ਨੇਗੀਆਂ। ਔਰ ਨਮੂਨੀਏ ਦੀ ਕਿਸਮ ਕਹਿੰਦੇ ਪਏ ਨੇਗੇ। ਔਰ ਇਹ ਫੈਲਣ ਦੀ ਵਜ੍ਹਾ ਵੀ ਜਿਹੜੀ ਹੈਗੀ ਉਹ ਕਹਿੰਦੇ ਨੇ ਜਿਹੜੇ ਚਾਈਨਾ ਦੇ ਜਿਹੜੇ ਸ਼ਹਿਰ ਦੇ ਵਿੱਚ ਫੈਲਿਆ ਵੀਗਾ, ਉੱਥੇ ਵੀ ਸੀ ਫੂਡ ਸੀ, ਯਾਨੀ ਸਮੁੰਦਰੀ ਗਿਜ਼ਾਵਾਂ ਸਨ, ਜਾਂ ਚਮਗਾਦੜ ਜਾਂ ਬੰਦਰ ਜਾਂ ਭੇੜੀਆ ਜਾਂ ਹਰਾਮ ਚੀਜ਼ਾਂ ਦੇ ਉਹਨਾਂ ਦੇ ਗੋਸ਼ਤ ਰੱਖਿਆ ਜਾਂਦਾ ਸੀ, ਖੁਰਾਕ ਰੱਖੀ ਜਾਂਦੀ ਸੀ। ਅਤੇ ਇਹਨਾਂ ਚੀਜ਼ਾਂ ਦੇ ਵਿੱਚ ਬੰਦਰ ਵਿੱਚ ਵੀ ਪਾਣੀ ਦੇ ਵਿੱਚ ਜਿਹੜੀਆਂ ਚੀਜ਼ਾਂ ਹੋਣ ਜਿਹਦੇ 'ਚ ਰਤੂਬਤ ਹੋਵੇ, ਉਹਨੂੰ ਥੋੜ੍ਹੀ ਜਿਹੀ ਹਰਾਰਤ ਮਿਲਦੀ, ਹਰਾਰਤ ਪੂਰੀ ਨਾ ਮਿਲੇ, ਥੋੜ੍ਹੀ ਮਿਲੇ ਤਾਂ ਜੇ ਤਾਫਨ ਵਾਕਿਆ ਹੋ ਜਾਂਦਾ, ਫਿਰ ਉੱਥੇ ਜਰਸੋਮਾ ਪੈਦਾ ਹੋਣਾ ਹੀ ਹੁੰਦਾ ਹੈ। ਇਹ ਤਾਂ ਐਸੀ ਇੱਕ ਅਲੱਗਾ ਪਹਿਲੂ ਹੈ, ਇਸ ਤਰ੍ਹਾਂ ਦਾ ਸਬੱਬ ਜਿਹੜਾ ਸਾਨੂੰ ਜ਼ਾਰੀ ਤੌਰ ਦੇ ਉੱਤੇ ਹੁੰਦਾ ਹੈ। ਦੂਸਰੇ ਨੰਬਰ 'ਤੇ ਇਹ ਵੀ ਸੁਣਿਆ ਹੋਵੇਗਾ ਕਿ ਅਮਰੀਕਾ ਨੇ ਸੱਟਿਆ ਹੋਵੇਗਾ ਬਾਇਓਟੈਕ ਦੇ ਨਾਲ, ਇਹਨੂੰ ਬਾਇਓ ਟੈਰਰਿਜ਼ਮ ਜਿਹੜੀ ਹਯਾਤੀਆਤੀ ਦਹਿਸ਼ਤਗਰਦੀ ਵਾਲੇ ਪਾਸੇ ਉਹਦੀ ਮਈਸ਼ਤ ਨੂੰ ਤਬਾਹ ਕਰਨ ਵਾਸਤੇ ਸਾਰਾ ਸੱਟਿਆ ਹੋਵੇਗਾ, ਤੇ ਆਪ ਵੀ ਫਸ ਗਿਆ। ਆਪ ਹੀ ਨਹੀਂ ਫਸਿਆ ਬਲਕਿ ਪੂਰੀ ਦੁਨੀਆ ਫਸ ਗਈ। ਅੱਲਾਹ ਤਾਲਾ ਦਾ ਨਿਜ਼ਾਮ ਹੈ ਕਿ ਇੱਕ ਦੁਸ਼ਮਣ ਨੂੰ ਦੂਸਰੇ ਦੁਸ਼ਮਣ ਕੋਲੋਂ ਮਰਵਾ ਦਿੰਦਾ ਹੈ, ਤਾਂ ਉਹ ਮਾਰਦੇ ਮਾਰਦੇ ਆਪੇ ਹੀ ਸਾਰੇ ਮਰੇ ਨੇ। ਉਹਦੇ ਵਿੱਚ ਹੁਣ ਅਸੀਂ ਮੁਸਲਮਾਨ ਵੀ ਫਸੇ ਹਾਂ। ਮੁਸਲਮਾਨ ਵੀ ਅਸੀਂ ਨਾਂ ਦੇ ਮੁਸਲਮਾਨ ਹੈ, ਅਸਲੀ ਮੁਸਲਮਾਨ ਨਹੀਂ ਹੈਗੇ। ਅਗਰ ਅਸਲੀ ਮੁਸਲਮਾਨ ਹੋਈਏ ਤਾਂ ਫਿਰ ਸਾਨੂੰ ਇੰਨੀ ਵਬਾ ਤੋਂ ਕੋਈ ਪਰੇਸ਼ਾਨੀ ਨਹੀਂ। ਸਾਡੇ ਮੁਲਕਾਂ 'ਚ ਵੀ, ਮੁਸਲਮਾਨਾਂ ਦੇ ਮੁਲਕਾਂ 'ਚ ਵੀ ਜਿੱਥੇ ਵਬਾ ਆਉਂਦੀ ਹੈਗੀ, ਉੱਥੇ ਵੀ ਇੱਕ ਹਿੱਸੇ 'ਚ ਆਉਂਦੀ ਵਬਾ, ਸਾਰੇ ਹਿੱਸਿਆਂ 'ਚੋਂ ਨਹੀਂ ਆਉਂਦੀ। ਜਿਸਮ ਦਾ ਇੱਕ ਹਿੱਸਾ ਬਚਿਆ ਰਹਿੰਦਾ ਹੈ, ਦੂਸਰਾ ਹਿੱਸਾ ਮਰਦ ਵੀ ਆਉਂਦੀ ਤੇ ਜਿਸਮ ਦੇ ਕਿਸੇ ਇੱਕ ਹਿੱਸੇ 'ਚ ਆਉਂਦੀ ਹੈ, ਦੂਸਰਾ ਹਿੱਸਾ ਜਿਹੜਾ ਉਹਦੀ ਦਿਫਾਅ ਕਰਦਾ ਰਹਿੰਦਾ ਹੈ। ਮੁਲਕਾਂ ਦੇ ਵਿੱਚ ਵੀ ਇਸ ਤਰ੍ਹਾਂ ਹੀ ਵਬਾ ਆਉਂਦੀ ਹੈ ਤੇ ਦੂਸਰੇ ਹਿੱਸੇ ਬਚੇ ਰਹਿੰਦੇ ਨੇ। ਉੱਥੇ ਹੀ ਹੁਕਮ ਹੈਗਾ ਜਿਹੜੇ ਫਸ ਜਾਣ, ਜਿੱਥੇ ਵਬਾ ਆ ਜਾਏ ਉਸ ਇਲਾਕੇ ਦੇ ਲੋਕ ਦੂਸਰੇ ਇਲਾਕੇ 'ਚ ਨਾ ਜਾਣ, ਔਰ ਦੂਸਰੇ ਇਲਾਕੇ ਦੇ ਜਿਹੜੇ ਸਹੀ ਵਾਲੇ ਨੇ ਉਹ ਵਬਾ ਵਾਲੇ ਇਲਾਕੇ 'ਚ ਨਾ ਜਾਣ। ਇਸ ਨਜ਼ਰ ਨਾਲ ਸਾਨੂੰ ਉਹ ਯਾਨੀ ਕਿ ਬਚਣ ਦਾ ਖੁਦ ਵੀ ਕੁਦਰਤ ਕਰਦੀ ਹੈ। ਜਦੋਂ ਸਾਰੇ ਪਾਸੇ ਆਈ ਹੋਈ ਹੈ ਤਾਂ ਇਹਦਾ ਮਤਲਬ ਸਾਡਾ ਸਾਰਾ ਜਿਸਮ ਹੀ ਬਿਮਾਰ ਹੀ ਆ। ਸਾਡਾ ਸਾਰੇ ਬੈਨ ਅਲ-ਅਕਵਾਮੀ ਤੌਰ 'ਤੇ ਅਸੀਂ ਜਿਹੜਾ ਉਹ ਹਿੰਦੂ ਹੋਵੇ, ਮੁਸਲਮਾਨ ਹੋਵੇ, ਉਹ ਈਸਾਈ ਹੋਵੇ, ਯਹੂਦੀ ਹੋਵੇ, ਜਿਹੜੇ ਵੀ ਉਹਨਾਂ ਦੇ ਸਾਰਿਆਂ ਦੇ ਆਪਣੀਆਂ ਕਰਤੂਤਾਂ ਖਰਾਬ ਹੋ ਗਈਆਂ, ਅਮਾਲ ਖਰਾਬ ਹੋ ਗਏ ਨੇ। ਪਿਛਲਿਆਂ ਲੋਕਾਂ ਦੇ ਕੋਲ ਵੀ ਜਿਹੜੀਆਂ ਕਿਤਾਬਾਂ ਸਨ, ਅੱਲਾ ਦਾ ਇਕਾਮ ਸਨ, ਉਹਨਾਂ ਨੂੰ ਵੀ ਪਤਾ ਹੈਗਾ ਉਹ ਜਾਣ ਬੁੱਝ ਕੇ ਗਲਤੀ ਕਰਦੇ ਪਏ ਨੇ, ਖਰਾਬੀ ਕਰਦੇ ਪਏ ਨੇ। ਅਸੀਂ ਵੀ ਮੁਸਲਮਾਨ ਹੁੰਦਿਆਂ ਵੀ ਜਾਣ ਕੇ ਹੀ ਆਪਣੀ ਗਲਤੀਆਂ ਕਰਨ, ਸਾਨੂੰ ਪਤਾ ਹੈਗਾ ਕਿ ਇਹ ਕੰਮ ਜਿਹੜਾ ਗਲਤ ਹੈ, ਕਿਸੇ ਦਾ ਹੱਕ ਮਾਰਨਾ, ਝੂਠ ਬੋਲਣਾ, ਕਰਪਸ਼ਨ ਕਰਨਾ, ਉਹ ਗਲਤ ਹੈਗਾ। ਇੱਥੇ ਜਿਹੜੇ ਜਿਨਸੀ ਦਰਿੰਦੇ ਨੇਗੇ, ਛੋਟੇ ਛੋਟੇ ਬੱਚਿਆਂ ਨੂੰ ਫੜ ਕੇ ਉਹਨਾਂ ਨਾਲ ਜ਼ੁਲਮ ਕਰਦੇ ਨੇ, ਫਿਰ ਕਤਲ ਵੀ ਕਰ ਦਿੰਦੇ ਨੇਗੇ। ਉਹਦਾ ਬਿੱਲ ਪਾਸ ਹੁੰਦਾ ਹੋਵੇਗਾ ਤੇ ਉਹਦੀਆਂ NGO ਉੱਠ ਕੇ, ਵੱਡੇ ਵੱਡੇ ਮਸ਼ੀਰ ਉੱਠ ਕੇ, ਬੜੇ ਪੜ੍ਹੇ ਲਿਖੇ ਬੰਦੇ ਉੱਠ ਕੇ ਮੁਖਾਲਫਤ ਕਰਦੇ, ਕਹਿੰਦੇ ਜੀ ਇਨਸਾਨੀ ਤਜ਼ਲੀਲ ਹੈ ਕਿ ਸਰੇਆਮ ਉਹਨਾਂ ਨੂੰ ਫਾਂਸੀ ਦਿੱਤੀ ਜਾਏ। ਕਿਆ ਇਹ ਨਹੀਂ ਤਜ਼ਲੀਲ ਹੈਗੀ ਇਨਸਾਨੀ ਕਿ ਛੋਟੇ ਬੱਚਿਆਂ ਨੂੰ ਫੜ ਕੇ, ਮਾਸੂਮ ਬੱਚਿਆਂ ਨੂੰ ਆਪਣੀ ਹਵਸ ਦਾ ਨਿਸ਼ਾਨਾ ਬਣਾ ਲਿਆ ਜਾਏ, ਫਿਰ ਉਹਨਾਂ ਨੂੰ ਕਤਲ ਕਰ ਦਿੱਤਾ ਜਾਏ? ਇਹ ਨਹੀਂ ਹੈਗਾ ਜ਼ੁਲਮ? ਉਦੋਂ ਇਨਸਾਨੀਅਤ ਦੇ ਜਿਹੜੇ ਕਵਾਨੀਨ ਨੇ ਜਾਂ ਤਜ਼ਲੀਲ, ਉਦੋਂ ਉਹਨਾਂ ਨੂੰ ਨਜ਼ਰ ਨਹੀਂ ਆਉਂਦੀ ਹੈਗੀ। ਇਹ ਸਾਰੀ ਇੱਕ ਲਾਬੀ ਹੈ ਪਿੱਛੇ, ਜਿਹੜੀ ਸ਼ੈਤਾਨੀ ਲਾਬੀ ਹੈ, ਜਿਹੜੀ ਸਾਨੂੰ ਖਰਾਬ ਕਰਦੀ ਪਈ ਹੈ। ਔਰ ਕਸ਼ਮੀਰ ਦੇ ਵਿੱਚ ਕਦੋਂ ਦਾ ਹੋ ਰਿਹਾ, ਫਲਸਤੀਨ ਦੇ ਵਿੱਚ ਕਦੋਂ ਦਾ ਹੋ ਰਿਹਾ ਹੋਵੇਗਾ ਕੰਮ, ਬਰਮਾ ਦੇ ਵਿੱਚ ਕਿਵੇਂ ਦਾ ਹੋ ਰਿਹਾ ਸੀਗਾ, ਸਾਰੇ ਮੁਸਲਮਾਨ ਦੇ ਜ਼ੁਲਮ ਹੋ ਰਿਹਾ ਹੋਵੇਗਾ, ਕੋਈ ਪੁੱਛਦਾ ਹੀ ਨਹੀਂ। ਉਹਦਾ ਸਾਰੇ ਦਾ ਹੁਣ ਖਮਿਆਜ਼ਾ ਜਿਹੜਾ ਨਬੀ ਅਲੈਹਿਸ ਸਲਾਮ ਦੇ ਖਾਕੇ ਬਣਾਏ ਜਾ ਰਹੇ ਨੇ। ਪਰਦਾ ਸਾਡਾ ਬੀਬੀਆਂ ਦੇ ਉੱਤੇ ਬੰਦ ਕਰੀ ਜਾ ਰਹੇ ਸੰਗੇ ਐਲੇ ਯੂਰਪੀ। ਹੁਣ ਸਾਰਿਆਂ ਦੇ ਮੂੰਹ ਦੇ ਉੱਤੇ ਸਾਰਿਆਂ ਨੇ ਪਰਦੇ ਚੜਾਏ ਨੇ। ਮਾਲਕ ਆਪਣਾ ਜਿਹੜੀ ਉਹ ਹਕੀਕਤ ਮਨਵਾਉਂਦਾ ਹੈਗਾ, ਲੇਕਿਨ ਅਸੀਂ ਫਿਰ ਵੀ ਇਨਸਾਨ ਜਿਹੜਾ ਸੋਚਦਾ ਨਹੀਂ ਹੈਗਾ। ਅਗਰ ਸੋਚੇ ਇਹਦੇ 'ਤੇ ਗੌਰ ਫਿਕਰ ਕਰੀਏ ਤਾਂ ਫਿਰ ਸਾਡੇ ਆਪਣੀਆਂ ਕਰਤੂਤਾਂ ਨੂੰ ਦਰੁਸਤ ਕਰਨਾ ਚਾਹੀਦਾ। ਉਹ ਹੀ ਸਾਡਾ ਇਲਾਜ ਹੈ। ਈਸਾਈ ਹੈ ਤੇ ਉਹ ਆਪਣੇ ਗਿਰਜੇ 'ਚ ਜਾਏ, ਯਹੂਦੀ ਹੈ ਤੇ ਆਪਣੇ ਗਿਰਜੇ 'ਚ ਜਾਏ, ਆਪਣੇ ਇਬਾਦਤਖਾਨੇ 'ਚ ਜਾਏ, ਔਰ ਆਪਣੇ ਜਿਹੜਾ ਵੀ ਮਜ਼ਹਬ ਮੰਨਦਾ ਉਸ ਤਰੀਕੇ ਨਾਲ ਜਾ ਕੇ ਉਹਨੂੰ ਉਸ ਤਰ੍ਹਾਂ ਹੀ ਅੱਲਾ ਨੂੰ ਰਾਜ਼ੀ ਕਰਨ ਲੱਗ ਪਏ। ਮੁਸਲਮਾਨ ਹੈ ਤੇ ਆਪਣੀਆਂ ਮਸਜਿਦਾਂ ਜਾਣ। ਇੱਥੇ ਲਾਬੀ ਕਿ ਸਾਰਿਆਂ ਨੂੰ ਇਹਨਾਂ ਨੇ ਕਿਹਾ ਜੀ ਇਕੱਠ ਹੀ ਨਹੀਂ ਹੋਣਾ। ਚਲੋ ਦੂਸਰੇ ਸੈਨਮੇ ਤੇ ਬੰਦ ਕਰ ਦਿੱਤੇ, ਸ਼ਾਦੀ ਹਾਲ ਵੀ ਕਿਸੇ ਹੱਦ ਤੱਕ ਬੰਦ ਕਰਨੇ ਠੀਕ ਨੇ, ਜਾਂ ਇਕੱਠ ਵਾਲੀਆਂ ਜਿਹੜੇ ਫਜ਼ੂਲ ਰਾਤ ਨੂੰ ਜਿੱਥੇ ਗੰਦਖਾਨੇ ਸਨ ਬੰਦ ਕਰ ਦੇਣਾ ਠੀਕ ਹੈਗਾ, ਲੇਕਿਨ ਮਸਜਿਦਾਂ ਨੂੰ ਬੰਦ ਕਰਤਾ। ਇਹ ਪਿੱਛੇ ਲਾਬੀ ਹੈਗੀ ਜਿਹੜੀ ਸਾਨੂੰ ਇਕੱਠ, ਸਾਡਾ ਮੁਸਲਮਾਨਾਂ ਦਾ ਅਸਲੀ ਇਕੱਠ ਤੋੜਨਾ ਚਾਹੁੰਦੀ ਹੈ ਕਿ ਇਕੱਠੇ ਨਾ ਹੋਣ, ਅੱਲਾ ਕੋ ਤੋਬਾ ਨਾ ਕਰ ਦੇਣ, ਜਾਂ ਇਕੱਠ ਹੋਏ ਤੇ ਇਹਨਾਂ ਦੇ ਵਿੱਚ ਇਤਾਦ ਹੋਣਾ, ਇਹਨਾਂ ਨੇਕੀ ਵਾਲੇ ਪਾਸੇ ਜਾਣਗੇ। ਜਿਹੜੇ ਅਸੀਂ ਲਾਬੀ ਚੱਲਦੀ ਹੈ, ਗਲਤ ਪ੍ਰਾਪਾਗੰਡਾ ਚੱਲਦਾ, ਉਹਦੀ ਮੁਖਾਲਫਤ ਨਾ ਕਰ ਜਾਣ। ਵਰਨਾ ਅੱਲਾ ਦਾ ਘਰ ਜਿਹੜਾ, ਉੱਥੇ ਤੇ ਕਾਫਰ ਵੀ ਆਣ ਕੇ ਦੁਆ ਮੰਗਦੇ ਸਨ, ਅੱਲਾ ਸਾਨੂੰ ਤੇ ਉਹਨਾਂ ਦੀ ਦੁਆ ਕਬੂਲ ਹੁੰਦੀ ਸੀ ਅੱਲਾ ਦੇ ਘਰ 'ਚ। ਇੱਥੇ ਖਾਨਾ ਕਾਬਾ ਵੀ ਬੰਦ ਕਰਤਾ, ਮਸਜਿਦ ਨਬਵੀ ਵੀ ਬੰਦ ਕਰ ਦਿੱਤੀ ਹੈ, ਸਾਡੀਆਂ ਮਸਜਿਦਾਂ ਵੀ ਬੰਦ ਕਰ ਦਿੱਤੀਆਂ। ਇੱਥੇ ਤੇ ਹੁਣ ਲੋਕਾਂ ਨੂੰ ਚਾਹੀਦਾ ਕਿ ਮਸਜਿਦਾਂ ਨੂੰ ਭਰ ਦੇਣ, ਫਿਰ ਦੇਖਣ ਕਿਸ ਤਰ੍ਹਾਂ ਕਰੋਨਾ ਸ਼ਿਰਨਾ ਖਤਮ ਹੁੰਦਾ ਹੈ।
दूसरा रहेगा तिब्बी लिहाज ना करोना, जिथे भी ताफन आ जाए, खराबी आ जाए, उत्थे फिर कोई ना कोई वबा आनी है या जिसम के खराबी जहर पैदा हो पैना। किसी चीज़ की भी ज्यादती होगी, मसलन खुराक ही असीं जिसम के लिहाज नाल खुराक ज़्यादा खा लीए, फूड पॉइजन हो पैनी। इस तरह जिसम कायनात दे विच अकवामां दे विच उन्हां दी अखलाकियात चों खराबी आ गई है, तो फिर अकवामां ने कौमां ने जिहड़ा ना उन्हां विच इस तरह बीमारी आ पैनी है। ਇਹੋ ਹੀ ਕੁਝ ਹੋ ਰਿਹਾ ਇੱਥੇ। ਔਰ ਕਰੋਨਾ ਜਿਹੜਾ ਹੈਗਾ ਜਾ ਕੇ ਜਿਸ ਫੇਫੜਿਆਂ ਦੇ ਉੱਤੇ ਮੁਤਾਸਰ ਕਰਦਾ ਹੈਗਾ, ਇਹ ਖਾਸ ਕਰਕੇ ਅਸਬੀ ਰੇਸ਼ਿਆਂ ਨੂੰ ਮੁਤਾਸਰ ਕਰਦਾ ਹੈ। ਅਸਬੀ ਰੇਸ਼ਿਆਂ ਨੂੰ ਮੁਤਾਸਰ ਕਰਦਾ ਤੇ ਜਿਹੜੇ ਗੁੱਦਦ ਨੇ, ਗੁੱਦੀ ਨਿਜ਼ਾਮ ਹੈ, ਐਪੀਥੀਲੀਅਲ ਟਿਸ਼ੂ ਨੇਗੇ, ਉਹਨਾਂ ਦੀ ਆਪਣੀਆਂ ਰਤੂਬਤਾਂ ਛੱਡਣੀਆਂ ਉੱਥੇ ਬੰਦ ਹੋ ਕੇ ਰੁਕ ਜਾਂਦੇ ਨੇ, ਉੱਥੇ ਬਲਾਕ ਕਰ ਲੈਂਦੇ। ਬਲਾਕ ਕਰਨਾ ਹਵਾਈ ਥੈਲੀਆਂ ਤੇ ਜ਼ਿਆਦਾ ਅਸਰਅੰਦਾਜ਼ ਹੁੰਦਾ ਹੈ, ਗਲੇ ਦੇ ਗੁੱਦਦ ਦੇ ਉੱਤੇ ਜ਼ਿਆਦਾ ਮੁਤਾਸਰ ਹੋ ਜਾਂਦਾ ਹੈ, ਪਾਣੀ ਭਰ ਜਾਂਦਾ ਹੈ। ਹਵਾ ਫੇਫੜੇ ਦੀਆਂ ਹਵਾਈ ਥੈਲੀਆਂ ਵਿੱਚ ਪਾਣੀ ਭਰ ਜਾਂਦਾ ਹੈ, ਲਿਆਦਾ ਉਹ ਆਪਣੀ ਆਕਸੀਜਨ ਦਾ, ਕਾਰਬਨ ਦਾ ਜਿਹੜਾ ਤਬਾਦਲਾ ਉਹ ਨਹੀਂ ਕਰ ਪਾਉਂਦੇ, ਉੱਥੇ ਸਾਹ ਤੰਗ ਹੋ ਪੈਂਦਾ ਹੈ। ਫਿਰ ਗਲੇ ਦੇ ਗੁੱਦਦ ਵਿੱਚ ਇਸ ਤਰ੍ਹਾਂ ਪਾਣੀ ਭਰ ਜਾਂਦਾ, ਉੱਥੇ ਸਾਹ ਇੱਥੇ ਖਰਾਸ਼ ਪੈਦਾ ਹੋਣ ਲੱਗ ਪੈਂਦੀ। ਫਿਰ ਉਹਨੂੰ ਤਬੀਅਤ ਨੂੰ ਰੱਦ ਕਰਨ ਵਾਸਤੇ ਖਾਂਸੀ ਲਿਆਉਂਦੀ ਹੈ। ਜਦੋਂ ਬਾਰ-ਬਾਰ ਖਾਂਸੀ ਆਉਂਦੀ ਹੈ, ਫਿਰ ਕੁਦਰਤ ਦੇ ਨਿਜ਼ਾਮ ਵਿੱਚ ਜਿਵੇਂ ਗਰਮੀ ਬਹੁਤੀ ਆ ਜਾਏ ਜਾਂ ਸਰਦੀ ਬਹੁਤੀ ਆ ਜਾਏ, ਬਾਰਿਸ਼ ਬਰਸਾ ਦਿੰਦੀ ਹੈ, ਇੱਥੇ ਫਿਰ ਉਹ ਜ਼ੁਕਾਮ ਹੋ ਪੈਂਦਾ ਹੈ। ਤਾਂ ਉਹਨੂੰ ਰੱਦ ਕਰਨ ਵਾਸਤੇ ਇਹ ਵੀ ਅੱਲਾ ਦੀ ਇੱਕ ਰਹਿਮਤ ਹੈਗੀ, ਜਿਹੜਾ ਨਜ਼ਲਾ ਹੋ ਪੈਣਾ ਹੈ, ਜ਼ੁਕਾਮ ਹੋ ਪੈਣਾ ਵੀ ਬਚਾਓ ਵਾਲੇ ਪਾਸੇ। ਦੂਸਰੇ ਬੁਖਾਰ ਹੋ ਪੈਂਦਾ ਹੈ, ਉਹਨੂੰ ਰੱਦ ਕਰਨ ਵਾਸਤੇ। ਗਰਮੀ ਨੂੰ ਜਦੋਂ ਰਤੂ ਇਹ ਜਮਾਓ ਜਿਹੜਾ ਨੂੰ ਤੋੜਨ ਵਾਸਤੇ ਗਰਮੀ ਪੈਦਾ ਉਹਨੂੰ ਬੁਖਾਰ ਹੋ ਪੈਂਦਾ। ਬੁਖਾਰ ਨੂੰ ਲਾਉਣਾ ਨਹੀਂ ਹੈਗਾ, ਬੁਖਾਰ ਨੂੰ ਚੜਾਉਣਾ ਹੈ। ਇਹਦੇ ਹਿਫਜ਼ੇ ਮਾਤ ਕਦਮ ਦੇ ਉੱਤੇ ਚਾਹੀਦਾ ਸਾਨੂੰ ਕਿ ਜਿਸਮ ਨੂੰ ਹਰ ਵਕਤ ਗਰਮ ਰੱਖਣਾ ਹੈ, ਹਰ ਸੂਰਤ 'ਚ। ਜਰਾਬਾਂ ਨਾਲ, ਜਰਸੀ ਨਾਲ, ਗਰਮ ਟੋਪੀ ਨਾਲ, ਔਰ ਜਿਸ ਤਰ੍ਹਾਂ ਵੀ ਹੋ ਸਕੇ ਜਿਸਮ ਨੂੰ ਗਰਮ ਰੱਖਣਾ ਹੈ। ਪਾਣੀ ਜਿਹੜਾ ਸਾਡਾ ਉਬਾਲ ਕੇ ਪੀਣਾ ਚਾਹੀਦਾ ਹੈ, ਬਲਕਿ ਮੈਂ ਕਹਾਂਗਾ ਨੀਮ ਗਰਮ ਪਾਣੀ ਪੀਣ। ਉਹ ਨਹੀਂ ਕਰ ਸਕਦੇ ਤਾਂ ਥੋੜ੍ਹਾ ਜਿਹਾ ਹੋਰ ਵੀ ਥੋੜ੍ਹਾ ਕਦਮ ਵਧਾ ਲਓ। ਦਾਰਚੀਨੀ, ਪੁਦੀਨਾ, ਬੜੀ ਇਲਾਚੀ ਦਾ ਪਾਣੀ ਉਬਾਲ ਕੇ ਥਰਮੋਸ 'ਚ ਜਾਂ ਖੁੱਲ੍ਹੇ ਬਰਤਨ 'ਚ ਰੱਖ ਲਓ, ਉਹ ਪੀਓ। ਸਾਰਿਆਂ ਨੂੰ, ਬੱਚਿਆਂ ਨੂੰ ਵੀ ਪਿਲਾਓ, ਆਪ ਵੀ ਪੀਓ। ਔਰ ਜਿਸਮ ਨੂੰ ਗਰਮ ਰੱਖਣਾ ਹਰ ਸੂਰਤ। ਜੇ ਕਿਤੇ ਹੋ ਵੀ ਜਾਂਦਾ ਹੈ, ਫਿਰ ਉੱਥੇ ਵੀ ਬੰਦੇ ਨੂੰ ਹਰਾਰਤ ਵਿੱਚ ਪਹੁੰਚਾਉਣਾ ਹੈ, ਡਰਨਾ ਨਹੀਂ ਹੈਗਾ। ਇਹ ਜਿਹੜੇ ਸਾਨੂੰ ਇਹ ਤੇ ਛੂਤ ਵਾਲਾ ਕੰਮ ਪੈਦਾ ਕਰਦੇ ਪਏ, ਛੂਤ ਨੇ ਇਹਦੇ ਲਾਗੇ ਨਹੀਂ ਲੱਗਣਾ ਹੈਗਾ। ਬੰਦਾ ਮਰਦਾ ਪਿਆ ਉਹਦੇ ਲਾਗੇ ਨਹੀਂ ਲੱਗਣਾ। ਸਾਡੇ ਦੇ ਮਸਜਿਦਾਂ ਜੋ ਕੰਧੇ ਨਾਲ ਕੰਧਾ, ਸਾਡਾ ਦੀਨ ਕਹਿੰਦਾ ਕੰਧੇ ਨਾਲ ਕੰਧਾ, ਪੈਰ ਨਾਲ ਪੈਰ ਮਿਲਾਓ, ਫਿਰ ਅੱਲਾ ਦੇ ਅੱਗੇ ਗਿੜਗੜਾ ਵੀ ਜਾਓ। ਅੱਲਾ ਨੂੰ ਕਿੰਨਾ ਖੁਸ਼ ਹੁੰਦਾ। ਅੱਲਾ ਦਾ ਹੁਕਮ ਇੱਕ ਪਾਸੇ, ਅਸੀਂ ਬੰਦਿਆਂ ਦੀ ਹੁਕਮ ਮੰਨੀ ਉਹਨੇ। ਜਿੰਨਾ ਸਾਨੂੰ ਅੱਲਾ ਕੋਲ ਡਰਨਾ ਚਾਹੀਦਾ, ਅਸੀਂ ਕਰੋਨੇ ਕੋਲ ਡਰੀਏ ਉਹਨੇ। ਫਜ਼ੂਲ ਡਰ ਨਹੀਂ ਹੈ, ਯਾਨੀ ਕਿ ਅੱਲਾ ਦਾ ਡਰ ਛੱਡ ਕੇ ਇੱਕ ਜਿਹੜੀ ਮਖਲੂਕ, ਹਕੀਰ ਦੀ ਮਖਲੂਕ, ਅਦਨਾ ਜੀ ਮਖਲੂਕ, ਜਿਹੜੀ ਨਜ਼ਰ ਵੀ ਨਹੀਂ ਆਉਂਦੀ ਹੈਗੀ ਆਮ ਬੰਦੇ ਨੂੰ, ਆਮ ਅੱਖ ਨਾਲ ਨਜ਼ਰ ਵੀ ਨਹੀਂ ਆਉਂਦੀ, ਉਹਦੇ ਤੋਂ ਡਰੀ ਜਾਂਦੇ ਆ। ਔਰ ਕਿੰਨਾ ਵੀ ਜੇ ਹੋਈ ਕਿ ਇੰਨਾ ਅੱਲਾ ਨੂੰ ਡਰ ਜੀਏ, ਤੇ ਫਿਰ ਆਪਣੇ ਆਪ ਨੂੰ ਸਿੱਧਾ ਕਰ ਲਈਏ, ਆਪਣੇ ਕਰਤੂਤ ਸਿੱਧੇ ਕਰ ਲਈਏ, ਫਿਰ ਇਨਸ਼ਾਅੱਲਾ ਬਿਹਤਰੀ। ਇਹੋ ਹੀ ਮੇਰਾ ਪੈਗਾਮ ਹੈਗਾ। ਬਾਕੀ ਹਸਪੀਟਲ ਦੇ ਵਿੱਚ ਹਸਪੀਟਲਾਈਜ਼ ਹੋਏ ਨੇ ਲੋਕ, ਉਹਨਾਂ ਵਾਸਤੇ ਤੁਹਾਡਾ ਕੀ ਪੈਗਾਮ ਹੈ ਕਿ ਉਹ ਕੀ ਕਰਨ? ਮਤਲਬ ਇੱਕ ਤਾਂ ਉਹਨਾਂ ਦਾ ਉੱਥੇ ਇਲਾਜ ਹੋ ਰਿਹਾ। ਹਾਂ, ਜਿਹੜੀਆਂ ਸਫਾਈ ਨਿਸਫ ਈਮਾਨ ਹੈ, ਸਫਾਈ ਨਿਸਫ ਈਮਾਨ ਹੈ। ਸਾਨੂੰ ਹੁਕਮ ਹੈ 5 ਵਕਤ ਨਮਾਜ਼ ਦਾ। 5 ਵਕਤ ਅਸੀਂ ਵਜ਼ੂ ਕਰਾਂਗੇ ਤੇ ਸਫਾਈ ਸਾਡੀ ਬਿਹਤਰੀਨ ਹੈ। ਜਦੋਂ ਅਸੀਂ ਪਿਸ਼ਾਬ ਪਖਾਨਾ ਕਰਨਾ, ਸਾਨੂੰ ਸਫਾਈ ਦਾ ਹੁਕਮ ਹੈ ਕਿ ਸਫਾਈ ਕਰਨੀ, ਐਵੇਂ ਇੱਦਾਂ ਟਿਸ਼ੂ ਨਾਲ ਨਹੀਂ ਸਾਫ਼ ਕਰਨਾ, ਬਲਕਿ ਪਾਣੀ ਨਾਲ ਸਾਫ਼ ਕਰਨਾ ਹੈ। ਜਿੱਥੇ ਨਹੀਂ ਹੈਗਾ ਉੱਥੇ ਮਿੱਟੀ ਹੈ, ਉੱਥੇ ਮਿੱਟੀ ਦੇ ਸਾਫ਼ ਕਰ ਦਈਏ। ਟਿਸ਼ੂ ਨਾਲੋਂ ਬਿਹਤਰ ਹੈਗੀ ਉਹ। ਇਹਦੇ ਟਿਸ਼ੂ ਸਾਰੇ ਮਸਨੂਆਤ ਨੇ ਗਿਆ। ਦੂਸਰੇ ਨੰਬਰ ਖਾਣਾ ਵੀ ਖਾਣਾ ਹੈਗਾ, ਉਦੋਂ ਵੀ ਹੱਥ ਸਾਫ਼ ਕਰਨੇ। ਫਿਰ ਕਿਆ ਪੁਲੀਸ ਕਰੋ, ਚੰਗੀ ਤਰ੍ਹਾਂ ਸਫਾਈ, ਹੱਥਾਂ ਦੀ ਵੀ ਸਫਾਈ ਕਰੋ। ਇਹ ਸਾਰੀ ਸਫਾਈ ਦੇ ਤਰੀਕੇ ਨੇ। ਸਫਾਈ ਕਰਨੀ ਹੈ, ਸਫਾਈ ਵੀ ਨਿਸਫ ਈਮਾਨ ਹੈ। ਕੱਪੜਿਆਂ ਦੀ ਵੀ ਸਫਾਈ, ਮਾਹੌਲ ਦੀ ਵੀ ਸਫਾਈ, ਔਰ ਜਿਸਮਾਨੀ ਵੀ ਸਫਾਈ। ਇਸ ਤਰ੍ਹਾਂ ਰੂਹਾਨੀ ਵੀ ਸਫਾਈ ਚਾਹੀਦੀ। ਸਾਡੀ ਰੂਹ ਤੇ ਸਾਰੀ ਬਿਮਾਰ ਹੋਈ ਵੀ ਅਕਸਰ। ਰੂਹ ਦੀ ਸਫਾਈ ਅਸੀਂ ਹੁਣ ਅੱਲਾ ਨੂੰ ਚਾਹਤ ਹੈ ਕਿ ਬੰਦਿਆਂ ਦੀ ਰੂਹ ਸਾਫ਼ ਹੋ ਜਾਏ। ਉਹ ਕਿਸੇ ਮਜ਼ਹਬ ਨਾਲ ਵੀ ਤਾਲੁਕ ਰੱਖਦੇ ਨੇ, ਕਿਸੇ ਮਸਲਕ ਨਾਲ ਵੀ ਤਾਲੁਕ ਰੱਖਦੇ ਨੇ, ਉਹ ਮੁਸਲਮਾਨ ਹੋਣ ਜਾਂ ਗੈਰ ਮੁਸਲਮਾਨ। ਅੱਛਾ ਜੀ, ਉਹਨਾਂ ਨੂੰ ਜਿਹੜੇ ਹੁਣ ਹੋ ਗਏ ਨੇਗੇ, ਉਹਨਾਂ ਨੂੰ ਸਫਾਈ ਦਾ ਪਹਿਲਾ ਹੈ। ਦੂਸਰਾ, ਉਹਨਾਂ ਨੂੰ ਜਿਸਮ ਨੂੰ ਗਰਮ ਰੱਖਣ ਦਾ। ਤੀਸਰਾ, ਇਹੋ ਹੀ ਪਾਣੀ, ਪਕਾਇਆ ਹੋਇਆ ਪਾਣੀ, ਪੁਦੀਨਾ, ਦਾਲਚੀਨੀ, ਬੜੀ ਇਲਾਚੀ ਦਾ ਪਾਣੀ ਇਸਤੇਮਾਲ ਕਰਨਾ। ਤੀਸਰੇ ਨੰਬਰ ਦੇ ਉੱਤੇ ਜਿਹੜਾ ਉਹਨਾਂ ਨੂੰ ਖੌਫਜ਼ਦਾ ਕਰ ਦਿੱਤਾ ਜਾਂਦਾ, ਉਹਨੂੰ ਤਨਹਾ ਕਰ ਦਿੱਤਾ ਤੁਹਾਡੇ ਲਾਗੇ, ਉਹ ਖੌਫ ਦੇ ਨਾਲ ਹੀ ਉਹਨਾਂ ਮਰ ਜਾਣਾ। ਇਸ ਵਹਿਮ ਨਾਲ, ਖੌਫ ਨਾਲ ਹੀ ਉਹਨਾਂ ਨੇ ਜ਼ਿਆਦਾ ਪਰੇਸ਼ਾਨ ਹੋ ਜਾਣਾ। ਉਹਨਾਂ ਨੂੰ ਹੌਸਲਾ ਦੇਣਾ ਹੈ ਕਿ ਕੋਈ ਨਹੀਂ, ਬਿਮਾਰੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ। ਕਦੀ ਤਾਊਨ ਦੀ ਇੱਕ ਬਿਮਾਰੀ ਫੈਲੀ ਸੀ ਬੜੀ ਜ਼ਬਰਦਸਤ, ਤੇ ਬੰਦਿਆਂ ਦੇ ਬੰਦੇ ਲੱਗੇ ਜਾਂਦੇ ਸਨ। ਹਰ
ਛੋਟਾ ਜਿਹਾ ਪਿੰਡ ਜੋ ਰੋਜ਼ਾਨਾ ਹੀ 3-4 ਮੌਤਾਂ ਹੋ ਜਾਂਦੀਆਂ ਸਨ। ਇਹ ਕਾਫੀ ਦੇਰ ਪੁਰਾਣੀ ਗੱਲ ਹੈ। ਤੌਣ ਦੀ ਮਰਜ਼ ਆਈ ਸੀ ਤੇ ਬੰਦੇ ਲੱਗੇ ਜਾਂਦੇ ਵੇਖ ਕੇ ਬੜੀ ਖੌਫ ਵਬਾ ਹੁੰਦੀ ਇਸ ਤਰ੍ਹਾਂ। ਲੇਕਿਨ ਇਸ ਹਾਲਤ ਦੇ ਵਿੱਚ ਜਿਸਮ ਨੂੰ ਗਰਮ ਰੱਖਣਾ ਹੈ, ਟੈਂਪਰੇਚਰ ਜਿਸਮ ਦਾ ਪੂਰਾ ਰੱਖਣ ਦੀ ਕੋਸ਼ਿਸ਼ ਕਰਨੀ, ਗਰਮੀ ਸਮਝ ਕੇ ਟੈਂਪਰੇਚਰ ਨਹੀਂ ਟੁੱਟਣ ਦੇਣਾ ਔਰ ਬੁਖਾਰ ਨੂੰ ਲਾਉਣਾ ਨਹੀਂ ਹੈ। ਕਿਤੇ ਤਾਂ ਪਹਿਲੇ ਬੁਖਾਰ ਲਾਉਂਦੇ ਨੇ, ਆਪ ਉਹ ਕੰਮ ਖਰਾਬ ਕਰਦੇ ਟੈਂਪਰੇਚਰ। ਜਰਸੋਮਾ ਮਰਦਾ ਹੀ ਗਰਮੀ ਨਾਲ, ਜਰਸੋਮੇ ਨੇ ਮਰਨਾ ਗਰਮੀ ਨਾਲ ਹੁੰਦਾ ਹੈਗਾ। ਸਰਦੀ ਨਾਲ ਉਹਨੇ ਜੰਮ ਜਾਣਾ ਹੈ ਅਗਰ ਉਹਦੀ ਹਿੱਤ ਤੋਂ ਜ਼ਿਆਦਾ ਹੋ ਗਈ, ਅਗਰ ਗਰਮੀ ਜ਼ਿਆਦਾ ਹੋ ਗਈ ਤਾਂ ਉਹਨੇ ਮਰ ਜਾਣਾ ਹੈ। ਅਗਰ ਉਹ ਘਟੇਗੀ, ਗਰਮੀ ਘਟ ਗਈ ਤੇ ਸਰਦੀ ਵੱਧ ਗਈ, ਗਰਮੀ ਘਟੀ ਹੈ ਤੇ ਉੱਥੇ ਤਾਪਣ ਪੈਦਾ ਹੋ ਪੈਣਾ। ਉੱਥੇ ਰਤੂਬਤ ਦੇ ਜਿੱਥੇ ਵੀ ਰਤੂਬਤ ਹੈ ਉੱਥੇ ਗਰਮੀ ਥੋੜੀ ਜਿਹੀ ਹੋਈ ਤੇ ਤਾਪਣ ਹੋ ਪੈਣਾ, ਉੱਥੇ ਜਰਸੋਮਾ ਬਜ਼ਾਤੇ ਖੁਦ ਨਵਾਂ ਜਰਸੋਮਾ ਪੈਦਾ ਹੋ ਪੈਣਾ। ਇਸ ਵਾਸਤੇ ਜਰਸੋਮੇ ਨਵੇਂ ਤੋਂ ਨਵੇਂ ਪੈਦਾ ਹੁੰਦੇ। ਇਹ ਕਿੰਨੇ ਜਰਸੋਮੇ ਕੁਦਰਤ ਦੇ ਨਿਜ਼ਾਮ ਜੋ ਕਿੰਨੇ ਜਰਸੋਮੇ ਨੇ, ਕਿਆ ਹਰ ਜਰਸੋਮੇ ਵੱਖਰੀ ਨੂੰ ਦਵਾ ਲੱਭਦੇ ਫਿਰਨਗੇ। ਇਹ ਤੇ ਪਿੱਛੇ ਪ੍ਰਾਪਾਗੰਡਾ ਵੀ ਹੈਗਾ, ਆਪਣੀ ਦਵਾਈ ਵੇਚਣ ਵਾਸਤੇ, ਆਪਣੀ ਨਵੀਂ ਵੈਕਸੀਨੇਸ਼ਨ ਬਣਾਉਣ ਵਾਸਤੇ, ਕੀ ਉਹਨੂੰ ਕਹਿੰਦੇ ਨੇ, ਵੈਕਸੀਨ ਹੀ ਕਹਿੰਦੇ ਨੇਗੇ, ਉਹਨੂੰ ਬਣਾਉਣ ਵਾਸਤੇ ਪ੍ਰਾਪਾਗੰਡਾ ਵੀ। ਕਿੰਨੀ ਦੇਰ ਹੁਣ ਲੱਭਦੇ ਰਹੋਨੇ, ਜਿੰਨੇ ਚਿਰ ਉਹਨੇ ਤਹਿਕੀਕ ਕਰਦੇ ਨੇ ਜਰਸੋਮਾ ਇਹੋ ਜਿਹਾ ਇਸ ਉਦਰ ਤੇ ਕੰਮ ਕਰਦਾ, ਇਸ ਮਿਜ਼ਾਜ ਦਾ ਹੋਵੇਗਾ, ਉਹਨੇ ਚਿਰ ਨੂੰ ਮਰਦ ਆਪਣਾ ਕੰਮ ਕੁਮ ਕਰਕੇ ਚਲੀ ਗਈ ਹੁੰਦੀ, ਬਾਅਦ ਚ ਲੈ ਆਉਂਦੇ ਨੇਗੇ। ਇਹ ਤੇ ਸਾਰਾ ਇੱਕ ਪ੍ਰਾਪਾਗੰਡਾ ਹੈਗਾ ਮਲਟੀਨੈਸ਼ਨਲ ਕੰਪਨੀਆਂ ਦੀ ਸਾਰੀ। ਅੱਛਾ, ਜਿਹੜੇ ਮਰੀਜ਼ ਮਤਲਬ ਹੁਣ ਮਤਲਬ ਅਸੀਂ ਆਮ ਲੋਕ ਹੈਗੇ ਆ, ਮਤਲਬ ਸਫ਼ਰ ਵੀ ਕਰਨੇ ਆ, ਨਿਕਲਨੇ ਆ, ਇਹ ਜਿਹੜਾ ਸੈਨੀਟਾਈਜ਼ਰ ਜਾਂ ਹੱਥ ਇਹਦਾ ਇਸਤੇਮਾਲ ਕਰ ਲੈਣਾ ਚਾਹੀਦਾ। ਠੀਕ ਹੈ, ਸੈਨੀਟਾਈਜ਼ਰ ਦਾ ਵੀ, ਆਪਣੇ ਮਾਸਕ ਦਾ ਵੀ, ਔਰ ਦੂਸਰੇ ਨੰਬਰ ਤੇ ਇhtiyat ਤੇ ਜ਼ਰੂਰੀ ਹੈ। ਸਾਨੂੰ ਅਸਬਾਬ ਇਖਤਿਆਰ ਕਰਨੇ। ਸਾਨੂੰ ਨਬੀ ਅਲੈਹਿਸ ਸਲਾਮ ਨੇ ਫਰਮਾਇਆ ਵੀਗਾ ਕਿ ਸਾਨੂੰ ਪਹਿਲੇ ਘੋੜੇ ਦਾ ਪੈਰ ਬੰਨੋ ਤੇ ਫਿਰ ਮੇਰੇ ਤੇ ਭਰੋਸਾ ਕਰੋ। ਸਾਨੂੰ ਇਹਦੇ ਵਾਸਤੇ ਅਸਬਾਬ ਇਖਤਿਆਰ ਕਰਨੇ ਚਾਹੀਦੇ ਨੇ। ਨਿਰਾ ਇਹ ਵੀ ਨਹੀਂ ਕਹਿ ਦੇਣਾ ਕਿ ਅੱਲਾ ਦੀ ਮਰਜ਼ੀ ਹੈ ਤੇ ਅੱਲਾ ਆਪੇ ਹਟਾ ਦੇਗਾ, ਇਸ ਤਰ੍ਹਾਂ ਨਹੀਂ ਹੈ। ਅੱਲਾ ਤੇ ਸਭ ਕੁਝ ਕਰ ਸਕਦਾ ਹੈ, ਅਲਬੱਤਾ ਅਸਬਾਬ ਦੇ ਇਖਤਿਆਰ ਕਰਨੇ। ਸਾਨੂੰ ਕਿਹਾ ਸਫਾਈ ਸੁਥਰਾਈ ਦੇ ਨਾਲ ਫਿਰ ਦੂਸਰੇ ਜਿੰਨੀ ਕੁ ਮਾਲੂਮਾਤ ਉਹ ਕਰੋ। ਠੀਕ, ਜਿਸਮ ਨੂੰ ਗਰਮ ਰੱਖਣਾ ਜੀ ਹਰ ਸੂਰਤ। ਤਾਂ ਪਾਣੀ ਵੀ ਜਿਹੜਾ ਸਾਦਾ ਨਹੀਂ ਬਲਕਿ ਉਬਾਲ ਕੇ ਪਾਣੀ ਪੀਓ, ਔਰ ਉਹਦੇ ਵਿੱਚ ਵੀ ਪੁਦੀਨਾ, ਦਾਲਚੀਨੀ, ਵੱਡੀ ਇਲਾਚੀ ਪਾ ਦਿਓ। ਇਹਦਾ ਕੰਬੀਨੇਸ਼ਨ ਜਿਹੜਾ ਹੋਵੇਗਾ ਕੈਮੀਕਲੀ ਜਦੋਂ ਦੇਖਣਗੇ ਜਾ ਕੇ ਨੈਟ ਤੇ ਵੇਖ ਲੈਣ, ਜਾਂ ਜਿਹੜੇ ਬੜੇ ਬੜੇ ਗਿਜ਼ਾ ਦੇ ਮਾਹਿਰ ਨੇਗੇ ਉਹ ਦੇਖ ਲੈਣ ਦੀ ਕੰਬੀਨੇਸ਼ਨ ਨਾਲ ਕੀ ਬਣਦਾ। ਇਹਦੇ ਨਾਲ ਗਰਮੀ ਤਰੀ ਬਣਦੀ ਹੈ, ਹਰਾਰਤ ਜ਼ਿਆਦਾ ਪੈਦਾ ਹੁੰਦੀ ਹੈ, ਤਰੀ ਕਮ ਹੁੰਦੀ ਹੈ। ਹਰਾਰਤ ਨਾਲ ਜਿਹੜੇ ਉਹ ਜੰਮਿਆ ਮੁਆਦ ਹੈ ਜਾਂ ਫੇਫੜੇ ਦੀਆਂ ਝਿੱਲੀਆਂ, ਫੇਫੜੇ ਦੀਆਂ ਝਿੱਲੀਆਂ ਜੋ ਥੈਲੀਆਂ ਜਿਹੜਾ ਮੁਆਦ ਜੰਮਿਆ ਹੈਗਾ ਉਹਨੇ ਬਾਹਰ ਨਿਕਲ ਪੈਣਾ, ਮੈਲਟ ਹੋ ਪੈਣਾ। ਔਰ ਤਰੀ ਨੇ ਥੋੜੀ ਜਿਹੀ ਹੋਰ ਤਰੀ ਪੈਦਾ ਕਰ ਦੇਣੀ ਹੈ, ਰਤੂਬਤ ਪੈਦਾ ਕਰਨੀ, ਉਹਨੇ ਬਹਿਣ ਲੱਗ ਪੈਣਾ। ਬਹਿ ਕੇ ਰਾਸਤੇ ਖੁੱਲ ਜਾਣੇ, ਫੇਫੜੇ ਦੇ ਵੀ ਰਾਸਤੇ, ਸਾਂਸ ਦੇ ਵੀ ਰਾਸਤੇ ਖੁੱਲ ਜਾਣ। ਜਾਂ ਨਿਬਲਾਈਜ਼ ਕਰ ਸਕਦੇ ਜੀ, ਜਾਂ ਉਹਨੂੰ ਗਰਮ ਭਾਪ ਦੇ ਸਕਦੇ ਜੀ। ਜਿਹੜਾ ਕੋਈ ਬੰਦਾ ਮੁਬਤਲਾ ਹੋ ਗਿਆ, ਇਹ ਉਹਨਾਂ ਵਾਸਤੇ। ਠੀਕ ਹੋ ਗਿਆ, ਬੜੀ ਮਿਹਰਬਾਨੀ ਹਕੀਮ ਸਾਹਿਬ।